एबीपी ਸਾਂਝਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਅਨੂਜਾ ਸ਼ਰਮਾ। ਭਾਰਤ ਦਾ ਪਹਿਲਾ ਇੰਡੀਅਨ 에ਅਰ ਫੋਰਸ ਹੈਰੀਟੇਜ ਮਿਊਜ਼ੀਅਮ ਜਿਹੜਾ ਆ ਅੱਜ ਤੋਂ ਲੋਕਾਂ ਦੇ ਲਈ ਖੁੱਲ ਚੁੱਕਾ ਹੈ ਔਰ ਲੋਕ ਲਗਾਤਾਰ ਸਵੇਰ ਤੋਂ ਹੀ ਇਸ ਮਿਊਜ਼ੀਅਮ ਦੇ ਵਿੱਚ ਆ ਰਹੇ ਨੇ ਔਰ ਬਹੁਤ ਖੂਬਸੂਰਤੀ ਦੇ ਨਾਲ ਹਰ ਇੱਕ ਚੀਜ਼ ਨੂੰ ਪਿਰੋ ਕੇ ਸਮੇਟ ਕੇ ਇਸ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਹੈ ਤਾਂ ਕਿ ਜਿਹੜੇ ਲੋਕ ਆਉਣ ਵਾਲੇ ਨੇ ਉਹਨਾਂ ਨੂੰ ਇੱਕ ਇੱਕ ਚੀਜ਼ ਇੱਕ ਇੱਕ ਜਿਹੜਾ ਸਮਾਂ ਆ ਉਹਦੇ ਨਾਲ ਜੋੜਿਆ ਜਾ ਸਕੇ, ਉਸ ਯਾਦਗਾਰ ਦੇ ਨਾਲ ਜੋੜਿਆ ਜਾ ਸਕੇ ਜੋ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਾਇਨਾ ਰੱਖਦੀ ਹੈ। ਇਸ ਵਕਤ ਸਾਡੇ ਨਾਲ ਕਮਾਂਡਰ ਪਰਮਜੀਤ ਸਿੰਘ ਲਾਂਬਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, किस तरीके दे नाल जेकर इस हैरीटेज म्यूजियम की गल करिए सवेर तो किहो जिहा रुझान लोगों का देखने को मिल रहा? पहला मेरा ये सवाल रहेगा। ਅਸੀਂ पता किया है चंडीगढ़ एडमिनिस्ट्रेशन तो कि सब टिकट्स जो हैं वो ऑलरेडी ब्लॉक हो चुकी हैं, बुक हो चुकी हैं एंड जो पता चला है कि काफ़ी लोग खुश हैं एंड काफ़ी इंटरेस्ट उन्होंने शो किया है, काफ़ी ज़्यादा अंगेजमेंट उन्होंने शो की है। उन्होंने विच कोई रिटायर्ड मिलिट्री अफसर भी, कुछ रिटायर्ड सिविल सर्वेंट भी विद फैमिली आए हैं एंड सब ने काफ़ी खुशी प्रगट की है कि जो चीज़ बनी है ये अपनी तरह की पहली चीज़ बनी है पूरे भारत दे विच एंड उन्होंने काफ़ी खुशी शायद जाहिर की है कि जो सिमुलेटर लगे हैं इत्थे दे, जो उन्होंने कॉकपिट का एक्सपीरियंस देखने को मिल रहा है वो शायद पहली बार इंडियन एयरफोर्स से किसी म्यूजियम ਦੇ ਵਿੱਚ ਮਿਲ ਰਿਹਾ ਹੈ। ਬਿਲਕੁਲ ਸਹੀ ਗੱਲ ਕਹੀ ਸਰ ਤੁਸੀਂ ਕਿ ਇੱਕ ਨਵੇਕਲਾ ਜਿਹਾ ਐਕਸਪੀਰੀਅੰਸ ਹੈ। ਅਸੀਂ ਵੀ ਜਿਸ ਵਕਤ ਅੰਦਰ ਆਏ, ਅੰਦਰ ਆ ਕੇ ਇਹ ਤਸਵੀਰਾਂ ਦੇਖੀਆਂ, ਜਿਹੜੇ ਚੱਕਰ, ਜਿਹੜੇ ਬਹੁਤ ਵੱਡੇ ਅਹੁਦੇ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ ਅਸੀਂ, ਉਹ ਜਿਨ੍ਹਾਂ ਨੂੰ ਮਿਲੇ ਨੇ ਉਹਨਾਂ ਦੇ ਬਾਰੇ ਨਾਮ ਪੜ੍ਹਦੇ ਹਾਂ, ਸਾਡੇ ਅੰਦਰ ਵੀ ਇੱਕ ਪੈਟਰੀਓਟਿਕ ਫੀਲਿੰਗ ਆ ਜਾਂਦੀ ਹੈ। ਸ਼ੁਰੂਆਤ ਇਸ ਵਾਲ ਤੋਂ ਕਰਦੇ ਹਾਂ। ਕੀ ਨੇ ਸਰ ਇਹ ਤਸਵੀਰਾਂ, ਕਿਸ ਸਮੇਂ ਦੀਆਂ ਨੇ ਇਹ ਤਸਵੀਰਾਂ ਸਾਡੀ ਹਿਸਟਰੀ ਦੇ ਬਾਰੇ ਦੱਸਦੀਆਂ ਹੈ। ਇਹ ਉਦੋਂ ਦੇ ਦੱਸਦੀਆਂ ਹੈ ਜਦੋਂ ਆਪਾਂ ਇੰਡੀਅਨ ਫੋਰਸ ਸਟਾਰਟ ਕੀਤੀ ਸੀ। ਜੇ 1932 ਦੇ ਵਿੱਚ ਇੰਡੀਅਨ ਫੋਰਸ ਪਹਿਲੇ ਸਟਾਰਟ ਹੋਇਆ ਸੀ, ਉਹਦੇ ਵਿੱਚ ਆਪਾਂ ਇਹ ਦੱਸਿਆ ਗਿਆ ਹੈ ਕਿ 1932 ਤੋਂ ਬਾਅਦ 1948 ਤੱਕ ਸਾਡਾ ਕਿਆ ਰੋਲ ਰਿਹਾ ਹੈ। ਇਹਦੇ ਵਿੱਚ ਕੁਛ ਆਪਾਂ ਪੁਰਾਣੇ ਏਅਰਕ੍ਰਾਫਟ ਵੀ ਦੱਸਿਆ ਜੋ ਵਰਲਡ ਵਾਰ 2 ਦੇ ਵਿੱਚ ਯੂਜ਼ ਹੋਏ ਹੈ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਸਾਡੇ ਕੋਲ ਕੁਛ ਜਹਾਜ਼ ਬਪੀਤੀ ਜਹਾਜ਼ ਹੈ ਜੋ ਆਪਾਂ ਦੱਸਿਆ ਹੈ ਕਿ ਜੋ ਵਰਲਡ ਵਾਰ 2 ਦੇ ਯੂਜ਼ ਹੋਇਆ ਹੈ। ਇਸੇ ਢੰਗ ਨਾਲ ਅਸੀਂ ਦੱਸਿਆ ਹੈ। ਇਹਦੇ ਵਿੱਚ ਇੱਕ ਏਅਰ ਮਾਰਸ਼ਲ ਬਾਅਦ 'ਚ ਮਲਿਕ ਸਾਹਿਬ ਜੋ ਫਸਟ ਏਅਰਫੋਰਸ ਦੇ ਪਾਇਲਟ ਬਣੇ ਹੈ, ਉਹਨਾਂ ਦੀ ਤਸਵੀਰ ਦੇ ਦਿੱਤੀ ਹੋਈ ਹੈ। ਇਹਦੇ ਵਿੱਚ ਅਸੀਂ ਇਹ ਵੀ ਦੱਸਿਆ ਹੋਇਆ ਹੈ ਕਿ ਕਿਉਂ ਇਹ ਸਾਡੀ ਕਦੋਂ ਏਅਰਫੋਰਸ ਕਿਉਂ ਸਟਾਰਟ ਹੋਈ ਸੀ। ਇਹਦੇ ਵਿੱਚ ਦੱਸਿਆ ਹੋਇਆ ਹੈ ਕਿ 1932 ਦੇ ਵਿੱਚ ਆਪਾਂ ਸਟਾਰਟ ਕੀਤਾ। ਉਹਦੇ ਵਿੱਚ ਇਹ ਵੀ ਦੱਸਿਆ ਕਿ ਜੋ ਪਹਿਲੇ ਪਾਇਲਟ ਸਾਹਿਬ ਕਿੱਥੇ ਜਾ ਕੇ ਉਹਨਾਂ ਨੇ ਟ੍ਰੇਨਿੰਗ ਲਿੱਤੀ, ਉਹਨਾਂ ਪਾਇਲਟਸ ਦੇ ਨਾਮ ਦਿੱਤੇ ਹੋਏ ਹੈ। ਜਿਸ ਤਰ੍ਹਾਂ ਦੇ ਵਿੱਚ ਨਾਮ ਦਿੱਤੇ ਹੋਇਆ ਕਿ ਫੇਮਸ ਏਅਰ ਮਾਰਸ਼ਲ ਇੰਜੀਨੀਅਰ ਹੈ एयर मार्शल मजूमदार है। देन वी हैव एयर मार्शल बाबा मेहर सिंह, ही एयर कमांडर मेहर सिंह। देन वी आल्सो मैंशन धीरे धीरे कौन से पहले एयरक्राफ्ट आए। डकोटा एयरक्राफ्ट पहले आया, स्पिटफायर एयरक्राफ्ट जो आए उन्होंने फोटो दित्तियां हुई हैं। ये तुम देखोगे ये पहला एयरक्राफ्ट है जो डकोटा एयरक्राफ्ट जिसनों आप बोलते हैं। ये लैंड होया सी दिसंबर 47 ਦੇ ਵਿੱਚ एयर कमांडर मेहर सिंह ने इसनों लैंड कराया सी। ਜਦੋਂ ਉੱਥੇ ਦੇ ਪਾਕਿਸਤਾਨ ਦੇ कुछ कवालीज ने आके अटैक करना शुरू किया तो उस टाइम साड़ी आर्मी नहीं सी, तो पहला जहाज पहली बार उत्थे जाके लैंड करवाया। मैं सही कह रही हाँ, तो इत्थे उस वक्त कोई थां भी नहीं सी, लैंड करन दी भी थां नहीं सी, बहुत चैलेंजिंग फैक्टर सी। बिल्कुल, तुम इसका मतलब अच्छे ढंग नाल हिस्ट्री नूं जानते हो। फर्स्ट टाइम चैलेंज वाली जॉब सी। ਇੱਥੇ ਕਦੀ ਵੀ ਕੋਈ ਜਹਾਜ਼ ਕੋਈ ਸੋਚ ਵੀ ਨਹੀਂ ਸਕਦਾ ਸੀ। ਪਰ ਇੱਕ ਏਅਰ ਕਮਾਂਡਰ ਮੇਹਰ ਸਿੰਘ ਜੋ ਸੀ, ਉਹਨਾਂ ਦੇ ਨਾਲ ਸਾਡੇ ਏਅਰਫੋਰਸ ਦੇ ਜੋ ਚੀਫ ਹੁੰਦੇ ਸੀ, ਉਹਨਾਂ ਦੋਨਾਂ ਨੇ ਲੈਂਡ ਕੀਤਾ। ਇੱਥੇ ਉਹਨਾਂ ਨੇ ਆਰਮੀ ਪ੍ਰੋਵਾਈਡ ਕੀਤੀ। ਅਸੀਂ ਇਮੀਡੀਏਟਲੀ ਪੁੰਛ ਨੂੰ ਆਪਣੇ ਕੰਟਰੋਲ 'ਚ ਕਰ ਲਿੱਤਾ। ਇਹਦੇ ਵਿੱਚ ਏਅਰਫੋਰਸ ਦਾ ਰੋਲ ਦੱਸਿਆ ਗਿਆ ਹੈ ਕਿ ਅਗਰ ਇਹ ਜਹਾਜ਼ ਨਹੀਂ ਲੈਂਡ ਕਰਦਾ ਤਾਂ ਸ਼ਾਇਦ ਜੋ ਅੱਜ ਦਾ ਪੁੰਛ ਇੰਡੀਆ ਦੇ ਵਿੱਚ ਹੈ ਉਹ ਪਾਕਿਸਤਾਨ ਦੇ ਵਿੱਚ ਹੁੰਦਾ। ਜੇ ਕਰਾਚੀ ਦੇ ਉੱਪਰ ਜਦੋਂ 1971 ਦੇ ਵਿੱਚ ਸਾਡੇ ਜੋ ਏਅਰਕ੍ਰਾਫਟ ਸੀ, ਜੋ ਹੰਟਰ ਏਅਰਕ੍ਰਾਫਟ ਸੀ, ਉੱਥੇ ਦੀ ਆਲ ਰਿਫਾਈਨਰੀ ਜੋ ਸੀ ਉਹਨਾਂ ਦੇ ਉੱਪਰ ਉਹਨੇ ਅਟੈਕ ਕੀਤਾ ਹੈ। ਤੁਸੀਂ ਦੇਖੋਗੇ ਇਹਦੇ ਵਿੱਚ ਆਪਾਂ ਸਮੋਕ ਦੱਸ ਰੱਖਿਆ ਹੋਇਆ। ਜਦੋਂ ਇੰਡੀਅਨ ਏਅਰਫੋਰਸ ਨੇ ਅਟੈਕ ਕੀਤਾ ਹੈ, ਇਹ ਪਾਕਿਸਤਾਨ ਏਅਰਫੋਰਸ ਐਕਸਪੈਕਟ ਨਹੀਂ ਕਰ ਸਕਦੀ ਸੀ ਕਿ ਕਰਾਚੀ ਜੋ ਇੰਨੀ ਦੂਰ ਹੈ ਇੰਡੀਆ ਤੋਂ ਕਿ ਉੱਥੇ ਅਟੈਕ ਹੋ ਸਕਦੇ। ਅਸੀਂ ਲਗਾਤਾਰ ਉੱਥੇ 3 ਦਿਨ ਅਟੈਕ ਕੀਤਾ ਐਂਡ ਉਹਦਾ 60% ਜੋ ਪਾਕਿਸਤਾਨ ਦੀ ਕੈਪੈਸਿਟੀ ਸੀ ਆਇਲ ਦੀ, ਉਸਨੂੰ ਅਸੀਂ ਖਤਮ ਕਰ ਦਿੱਤਾ ਸੀ। ਸੋ ਦੈਟ ਸ਼ੋ ਦਾ ਰੋਲ ਆਫ ਦਾ ਇੰਡੀਅਨ ਏਅਰਫੋਰਸ ਡੂਰਿੰਗ ਦਾ 1971 ਵਾਰ। ਇਸੇ ਢੰਗ ਨਾਲ
ਅਗਰ ਅਸੀਂ ਲੈਫਟ ਸਾਈਡ ਤੇ ਜਾਓਗੇ ਦਿਸ ਇਜ਼ ਅਵਰ ਕਾਲ ਦਾ ਤੰਗਾਲ 에ਅਰ ਡ੍ਰੌਪ। ਇਹ ਵੀ 71 ਦੀ ਵਾਰ ਦਾ ਹੈ, ਜਦੋਂ ਅਸੀਂ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣਾ ਸੀ ਤਾਂ ਉਸ ਟਾਈਮ ਇਹ ਬ੍ਰਿਜ ਬਹੁਤ ਇੰਪੋਰਟੈਂਟ ਹੁੰਦਾ ਸੀ। ਜੋ ਤੁਸੀਂ ਬ੍ਰਿਜ ਦੇਖ ਰਹੇ ਹੋ ਇਸ ਨੂੰ ਕ੍ਰਾਸ ਨਹੀਂ ਕਰ ਪਾ ਰਹੇ ਸੀ ਤੇ ਇਹ ਜੁਆਇੰਟ ਆਪਰੇਸ਼ਨ ਕੀਤੇ ਗਏ ਸੀ ਇੰਡੀਅਨ 에ਅਰ ਫੋਰਸ ਔਰ ਇੰਡੀਅਨ ਆਰਮੀ ਦੇ ਵਿੱਚ। ਅਸੀਂ ਇੰਡੀਅਨ 에ਅਰ ਫੋਰਸ ਦੇ ਜੋ 에ਅਰਕ੍ਰਾਫਟ ਹੈ ਜੇ ਡਕੋਟਾ 에ਅਰਕ੍ਰਾਫਟ ਜੋ ਫਲਾਈ ਕਰ ਰਹੇ ਹਾਂ ਇਹਨਾਂ ਦੇ ਥਰੂ ਆਪਾਂ ਪੈਰਾ ਡ੍ਰੌਪਿੰਗ ਕੀਤੀ। ਇੰਡੀਅਨ ਆਰਮੀ ਦੇ ਜਵਾਨ ਇੱਥੇ ਲੈਂਡ ਕਰਵਾਏ ਗਏ। ਜਦੋਂ ਉਹਨਾਂ ਨੇ ਇੱਥੇ ਲੈਂਡਿੰਗ ਵਿੱਚ ਪੈਰਾ ਡ੍ਰੌਪਿੰਗ ਕੀਤੀ ਦੈਨ ਦੇ ਕ੍ਰੋਸ ਦਾ ਬ੍ਰਿਜ ਐਂਡ ਫਰੋਮ ਹੇਅਰ ਇਟਸ ਓਨਲੀ 20 ਕਿਲੋਮੀਟਰ ਵਾਜ਼ ਦਾ ਢਾਕਾ ਐਂਡ ਦੈਨ ਦੇ ਟੁੱਕ ਓਵਰ ਦਾ ਢਾਕਾ। ਸਰ ਇਹਦੇ ਵਿੱਚ ਮਿਗ 21 ਦਾ ਕੀ ਰੋਲ ਸੀਗਾ ਜਿਹੜਾ ਇਸ ਏਰੀਆ ਦੇ ਵਿੱਚ 1971 ਦੀ ਵਾਰ ਦੇਖ ਰਹੇ ਹਾਂ? ਇਹਦੇ ਵਿੱਚ ਇਹ ਤਾਂ ਸਿਰਫ ਅਸੀਂ ਟਰਾਂਸਪੋਰਟ 에ਅਰਕ੍ਰਾਫਟ ਦੱਸੇ ਹੋਏ ਆ। ਮਿਗ 21 ਦਾ ਰੋਲ ਮੈਂ ਤੁਹਾਨੂੰ ਨੈਕਸਟ ਵਨ ਦੱਸਾਂਗਾ ਜੋ ਇਹਦੇ ਵਿੱਚ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸ਼ੇਖੋਂ ਦਾ ਹੈ। ਦਿਸ ਇਜ਼ ਔਨ ਯੂਰ ਲੈਫਟ ਇਜ਼ ਦ ਫਲਾइंग अफसर निर्मलजीत सिंह शेखों। ये 1971 ਦੇ ਟਾਈਮ ਪਰ ਪਾਕਿਸਤਾਨ के 6 ਜਹਾਜ਼ थे। they called at that time American aircraft called the saber aircraft। this saber aircraft we shown one picture। 6 ਜਹਾਜ਼ ਜਦੋਂ ਆ ਰਹੇ ਸੀ flying he was a ਨਿਰਮਲਜੀਤ ਸਿੰਘ was the flying officer। he was on the runway। ਉਸ ਨੂੰ ਬੋਲਿਆ ਗਿਆ ਕਿ ਜਹਾਜ਼ ਪਾਕਿਸਤਾਨ ਦੇ ਆ ਰਿਹਾ ਤੁਸੀਂ ਆਪਣੇ ਸੇਫਟੀ ਪੈਨ 'ਚ ਚਲੇ ਜਾਓ ਬਟ ਉਹ ਨਹੀਂ ਗਏ ਐਂਡ ਉਹਨਾਂ ਨੇ एयरबोर्न होके उन 6 जहाज़ का अकेले मुकाबला किया एंड फ्लाइंग से निर्मल सिंह ने 2 जहाज़ उन्होंने पाकिस्तान के ऑन द स्पॉट शॉट डाउन कर दिते बट दैन ही वा आउट नंबर। जो 6 जहाज़ पाकिस्तान जो दुश्मन दे सी उन्होंने 4 फिर भी रहंदे सी and he was the only one person and when in the encounter between 4 versus 1 and finally he crashed out but he killed। he taken the shot over 2 aircraft। finally उसके कारण ये होया कि जो पाकिस्तान ਦੇ जे सैबर एयरक्राफ्ट ਸੀ ये श्रीनगर के ऊपर अटैक नहीं कर पाए वो डिवर्ट करके वापस पाकिस्तान चले गए। तो इसनों बोलिया जाता है कि ही इज़ आल्सो ही द सेवर ऑफ श्रीनगर आल्सो। अगर निर्मलजीत सिंह शेखों ना होंदा तो उस दिन 6 जहाज़ जो पाकिस्तान दे सी वो श्रीनगर और द एयरफील्ड ਨੂੰ डिस्ट्रॉय कर सकते सी। दिस इज़ द रीजन यू आर गिवन द परमवीर चक्रा। This is the picture shown over the Sham। This is shown the आर हंटर एयरक्राफ्ट ऑफ इंडियन एयरफोर्स। ये शम्ब एरिया जो पड़ता है पाकिस्तान का यहाँ पर आर्मी पाकिस्तान की आर्मी डोमिनेट कर रही थी और जब हमारी एयरफोर्स ने यहाँ पर अटैक किया पाकिस्तानी टैंक के ऊपर और इसको पूरा जो डोमिनेट कर रहा था वहाँ का आर्मर्ड ब्रिगेड कर रहा था वो पूरे को डिस्ट्रॉय करके देन इंडियन आर्मी वाज एबल टू डोमिनेट इन दैट एरिया। दिस इज़ द रोल ऑफ 1965। ये हमारा 65 की वार का है। देन वी हैव ऑन द लेफ्ट हैंड इज़ ए ढाका। दिस इज़ द टाइम ऑन द राइट साइड आप देख सकते हो यहाँ पर चैम्बर था जहाँ पर दोपहर को एक मीटिंग होनी थी। वहाँ के गवर्नर थे मिस्टर मलिक। उसके नीचे मीटिंग होनी थी विद मिलिट्री एंड सिविल ऑफिशियल के साथ कि इंडियन आर्मी को कैसे काउंटर किया जाए। ये इनपुट जब हमारी इंडियन फोर्सेस को पता चली तो ये हमारे जहाज़ है जहाँ पर मिग 21 के जो अटैक है हमने उनका अटैक किया और उनका जो चैम्बर था राइट साइड में जो लेफ्ट साइड का इसको 30 मिनट बिफोर द मीटिंग वी डिस्ट्रॉयड द एंटायर गवर्नर हाउस। जब उनका पूरा बिल्डिंग ही डिस्ट्रॉय हो गया वहाँ पर वो मीटिंग नहीं कर पाए। देन दे आफ्टर सम टाइम आफ्टर फ्यू आवर they were forced to surrender it। दिस इज द इम्पोर्टेंस ऑफ इंडियन एयरफोर्स दे शोन कि जब उनका पूरा बिल्डिंग डिस्ट्रॉय हो गया गवर्नर हाउस का जहाँ पर उन्होंने मीटिंग करनी थी उसके बाद उन्होंने सरेंडर कर दिया था एक घंटे या 1.5 घंटे के बाद। ये इसके बाद है हमारे एयर वाइस मार्शल हरजिंदर सिंह। ये अकेले लेजेंड ऐसे गिने जाते हैं कि इन्होंने ये हवाई स्पाई ज्वाइन किए थे। एक ये भी दिखाता है एक इंस्पिरेशन बनती है लोगों के लिए या एस्पिरेशन बनती है कि एक आदमी जो नॉर्मल एज ए हवाई स्पाई भर्ती हुआ था एज और बाद में एयर मार्शल तक गया। ये अकेला बंदा है जिसने पहली बार 1958 में अपना जहाज़ बनाया था। वो जहाज़ पीछे रखा हुआ है। इस जहाज़ का नाम है एयरफोर्स कानपुर 1। ये जहाज़ 58 में इसने अपने आप अकेले ने जहाज़ बनाया, इसका डिज़ाइन बनाया, इसको तैयार किया और इसके साथ 700 आवर्स उसने फ्लाई किया। उसके बाद इस हरजिंदर सिंह ने एक और जहाज़ बनाया उसका नाम है एयरफोर्स कानपुर 2। वो अभी हमने एयरफोर्स स्टेशन पालम में रखा हुआ है। इसके बाद इसने तीसरा जहाज़ बनाया 1961 में। तो इसकी स्टोरी से ये पता चलता है कि अगर इंडिविजुअल में कैपेसिटी हो, अगर उसमें एनर्जी हो, अगर उसमें जज्बा हो, वो अपना जहाज़ उन दिनों में भी बनाया था उसने। सर ਇਹਨਾਂ ਦੇ ਵਾਸਤੇ ਲਿਖਿਆ ਗਿਆ ਹੈ ਕਿ ਸਕਾਈ ਇਜ਼ ਓਨਲੀ ਦ ਲਿਮਿਟ ਇਹਨਾਂ ਦੇ ਵਾਸਤੇ ਹੀ ਹੈ। He is also called and that is the reason you see he is also called technical wizard and the innovator and he is the legend of Indian Air Force।
ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਚੀਜ਼ ਆਪਣੇ ਉਸ ਸਿਪਾਹੀ ਦੀ ਯਾਦ ਦੇ ਨਾਲ ਸੰਜੋ ਕੇ ਰੱਖੀਆਂ ਗਈਆਂ ਨੇ। ਉਧਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿੱਥੇ ਕੁਝ ਬਾਰਡਰ ਮੂਵੀ ਅਗਰ ਦੇਖੀ ਹੋਏਗੀ, ਬਾਰਡਰ ਮੂਵੀ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਉਸ ਟਾਈਮ ਇੱਕ ਜੈਕੀ ਸ਼ਰੋਫ ਜਹਾਜ਼ ਲੈ ਕੇ ਉੱਡਦਾ ਹੈ, ਜੋ ਜਦੋਂ ਪੰਜਾਬ ਰੈਜੀਮੈਂਟ ਦੇ ਕੋਲ ਪਾਕਿਸਤਾਨ ਦੇ ਕਾਫੀ ਟੈਂਕ ਨੇ ਘੇਰਾ ਕੀਤਾ ਹੁੰਦਾ ਹੈ। ਇਹ ਪ੍ਰੈਜ਼ੀਡੈਂਟ ਐਕਚੁਅਲੀ ਜੈਕੀ ਸ਼ਰੋਫ ਵਾਜ ਅ ਵਿੰਗ ਕਮਾਂਡਰ ਬਾਬਾ ਐਟ दैट टाइम, ਹੀ ਇਜ਼ ਕਾਲਡ ਮਿੰਨੀ ਬਾਬਾ ਇਜ਼ ਅ ਨਿਕਨੇਮ। तो उसका जहाज़ सवेरे एयरबॉर्न होया विद स्क्वाड्रन दे नाल, एंड उसने उस टाइम जो पंजाब रेजीमेंट उसले जैसलमेर दे कोल लोंगोवाला दे ऊपर ये जो पाकिस्तान दे नाल काउंटर कर रही सी, ही हैव दैट डिस्ट्रॉयड ऑल द टैंक्स। सो दिस इज द मैन, ही इसने गिफ्ट किया अपना ओवरऑल जो उसने उस दिन पहनया सी उस वार दे टाइम, उस 1965 दे। ही इज़ रिटायर्ड एज ए एयर मार्शल MS बाबा। दैन दिस इज़ द ब्रेजर ऑफ फ्लाइंग अफसर निर्मलजीत सिंह शेखो। ये बीच NDA ज्वाइन करने तो पहले एक कोई इंजीनियरिंग कॉलेज जो दयाल, ये जगह का नाम है दयाल बाग इन आगरा, ये टेक्निकल कॉलेज में वहाँ पे कुछ महीने पढ़े थे। ਬਿਲਕੁਲ ਦੇਖੋ ਬਹੁਤ ਖੂਬਸੂਰਤੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਰਸਾਈਆਂ ਗਈਆਂ ਨੇ ਔਰ ਇੱਕ ਇੱਕ ਤਸਵੀਰ ਇੱਕ ਇੱਕ ਆਰਟੀਫੈਕਟ ਜਿਹੜਾ ਆਪਣੀ ਆਪਣੀ ਕਹਾਣੀ ਆਪਣੀ ਜ਼ਬਾਨੀ ਜਿਹੜੀ ਹੈ ਉਹ ਦੱਸ ਰਿਹਾ ਆ। ਅੱਗੇ ਵੀ ਲੈ ਕੇ ਚੱਲਾਂਗੇ, ਸਾਡੇ ਨਾਲ ਕਮਾਂਡਰ ਸਰ ਮੌਜੂਦ ਨੇ, ਉਹਨਾਂ ਦੇ ਨਾਲ ਜਿਹੜਾ ਆ ਹੋਰ ਵੀ ਗੱਲਬਾਤ ਕਰਦੇ ਰਵਾਂਗੇ। ਬਿਲਕੁਲ ਇਧਰਲੇ ਪਾਸੇ ਚੱਲਦੇ ਆ, ਆਡੀਓ ਵਿਜ਼ੂਅਲ ਆਡੀਟੋਰੀਅਮ ਇੱਥੇ ਬਣਾਇਆ ਗਿਆ ਆ, ਉਸ ਆਡੀਟੋਰੀਅਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ ये हमने यहाँ पर 40 सीटर एक ऑडिटोरियम बनाया है, जिसमें हम बताएंगे कि इंडियन एयरफोर्स का कहाँ पर क्या रोल हो रहा है। जैसे हम डिफरेंट एक्सरसाइज में जाते हैं, हमारे एयरफोर्स के लोग जापान में जा रहे हैं या श्रीलंका में जा रहे हैं, वहाँ पर हमारी जो एक्सरसाइजेज होती हैं उसकी मूवीज़ इसमें दिखाएंगे। हम इसमें प्रमोशनल मूवी भी दिखाएंगे ताकि जो न्यू जनरेशन है वो कैसे फ़ौज ज्वाइन कर सके। इसमें हम डिफरेंट वार का क्या क्या रोल था हमारा 47 में, 62, 65, 71, कारगिल, बालाकोट, जो भी हमारी मूवी बनती हैं लिमिटेड टाइम की 5 मिनट की या 10 मिनट की, वो इसके थ्रू इसके ऊपर मूवी दिखाई जाए करेगी। ये हमारा इसका पर्पज़ है। ਬਾਲਾਕੋਟ ਦੀ ਗੱਲ ਕਰ ਰਹੇ ਸੀਗੇ ਪਹਿਲਾਂ ਔਰ ਇਸ ਵਕਤ ਇਹ ਦ੍ਰਿਸ਼ ਜਿਹੜਾ ਪਿੱਛੇ ਤੁਹਾਨੂੰ ਦਿਸ ਰਿਹਾ ਇਹ ਬਾਲਾਕੋਟ ਸਟ੍ਰਾਈਕ ਦਾ ਬਣਾਇਆ ਗਿਆ ਆ। ਗੱਲਬਾਤ ਕਰਾਂਗੇ ਕਮਾਂਡਰ ਸਰ ਦੇ ਨਾਲ। ਸਰ ਇਹਦੇ ਬਾਰੇ ਜ਼ਰੂਰ ਥੋੜਾ ਜਾਣਕਾਰੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦਿਓ। ਬਾਲਾਕੋਟ ਸਟ੍ਰਾਈਕ ਉਹ ਫੇਮਸ ਸਟ੍ਰਾਈਕ ਹੈ ਜੋ ਇੰਡੀਅਨ 에ਅਰਫੋਰਸ ਨੇ ਤੇ ਕੀਤੀ ਸੀ। ਇਹਦੇ ਵਿੱਚ ਅਸੀਂ ਕਲੀਅਰ ਕੱਟ ਦੱਸ ਰਹੇ ਹਾਂ ਕਿ ਜੋ ਸਾਡੇ 에ਅਰਕ੍ਰਾਫਟ ਹੈ ਉਹ ਕਿਸ ਤਰ੍ਹਾਂ ਸਟ੍ਰਾਈਕ ਕਰ ਰਹੇ ਹੈ। उसदे विच उस जगह का कैंप भी दस्या गया है, जिहदे विच आपां भी दस्सी गया है कि किस तरह उन मिसाइल जो साडी अटैक की जा रही है एंड उसनूं हिट हो रही हैं। बाकी एयरक्राफ्ट जो आपां पिछे लाइट के थ्रू दसे जा रहे हैं, ये एयरक्राफ्ट दसे हुए हैं जो उसनूं मेन स्ट्राइक एयरक्राफ्ट नूं किस तरह अस्कॉर्ट करके जा रहे हैं। ये जिस तरह पर डिस्क्राइब भी किया होया है कि अटैक असी इसलिए किया सी जो पाकिस्तान ने पुलवामा के उपर साडा अटैक किया सी, उहदा रिवेंज लैण दे लई इंडियन एयरफोर्स ने अपने जहाज़ यूज़ करके उत्थे दे जो टैररिस्ट कैंप है उसनूं डिस्ट्रॉय किया है। ਟੈਰਰਿਸਟ ਕੈਂਪ ਕਿਹਾ ਜਾਂਦਾ ਕਿ ਬਹੁਤ ਔਖਾ ਸੀਗਾ, ਜੱਬਾ ਟੌਪ ਤੇ ਪੂਰਾ ਇਹ ਟੈਰਰਿਸਟ ਕੈਂਪ ਸੀਗਾ, ਇਹਨੂੰ ਕਿਤੇ ਨਾ ਕਿਤੇ ਨਸ਼ਟ ਕਰਨਾ ਬਹੁਤ ਔਖਾ ਸੀ ਔਰ ਜ਼ਰੂਰੀ ਵੀ ਸੀ ਉਸ ਵੇਲੇ। हाँ, यही कारण सी क्योंकि आप एयर एलीमेंट इधर यूज़ किया गया कि आप क्योंकि दूर के डिस्टेंस टू बिफोर गोइंग उत्थे जान बिना गए हुए किस तरह अटैक किया जाए, तद इसे कारण ये एयर अटैक ही उसदे विच प्रैफर किया गया सी। एंड इहदे विच क्लीयरली ये जो आप दस्या है एक ट्रू पिक्चर है जो साडी हैडकुआटर विचों क्लीयर होकर आई हुई है कि किस तरह आप इन्ने डिस्टेंस के उपर उस कैंप नूं आप फायर किया एंड किस तरह उसनूं डिस्ट्रॉय किया गया है। ਬਿਲਕੁਲ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਮਿਜ਼ਾਈਲਸ ਜਿਹੜੀਆਂ ਨੇ ਉਹਨਾਂ ਨੂੰ ਰੱਖਿਆ ਗਿਆ ਆ ਔਰ ਇਹ ਸਾਰੀਆਂ ਇੱਕ ਬਹੁਤ ਵੱਡੀਆਂ ਉਪਲਬਧੀਆਂ ਭਾਰਤ ਦੇ ਨਾਮ ਦੇ ਵਿੱਚ ਗਿਣੀਆਂ ਜਾਂਦੀਆਂ ਨੇ। ਸਰ ਇਹ ਕਿਹੜੀ ਜਿਹੜੀ ਮਿਜ਼ਾਈਲ ਹੈ ਕਿਹੜੀ ਹੈ, ਕਿੱਥੇ ਵਰਤੀ ਗਈ ਸੀ? ਇਹ ਐਕਚੁਅਲੀ ਪੂਰਾ ਸੈਕਸ਼ਨ ਅਸੀਂ ਇਹੋ ਜਿਹੀ ਮਿਸਾਈਲ ਜਾਂ ਬੰਬ ਜਾਂ ਅਸੀਂ ਰੌਕਟ ਰੱਖੇ ਹੈ ਜੋ ਸਾਡਾ ਥੀਮ ਹੈ ਆਤਮ ਨਿਰਭਰ ਭਾਰਤ ਦਾ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਪਹਿਲੇ ਅਸੀਂ ਚੀਜ਼ਾਂ ਪ੍ਰੋਕਿਊਰ ਕਰਦੇ ਸੀ ਜਾਂ ਰਸ਼ੀਆ ਕੋਲੋਂ ਜਾਂ ਫਰਾਂਸ ਕੋਲੋਂ ਜਾਂ UK ਤੋਂ ਜਾਂ US ਕੇ ਡਿਵੈਲਪ ਕੰਟਰੀ ਕੋਲ ਲੈਂਦੇ ਸੀ, ਉਹ ਤੁਸੀਂ ਦੇਖੋਗੇ ਅਸੀਂ ਨਾਲ ਬੋਰਡ ਲਗਾਏ ਹੈ ਜਿਹਦੇ पर लिखा है आत्मनिर्भर भारत। ये साडा एक थीम सी इस पूरे हैरीटेज सेंटर का कि असी वो चीज़ां इत्थे रखांगे जिहदे च साडी न्यू जनरेशन इंस्पायर होएगी
ਕਿ ਅਸੀਂ ਉਹ ਚੀਜ਼ਾਂ ਰੱਖੀਆਂ, ਜੈਸੇ ਬ੍ਰਹਮੋਸ ਹੈ, ਇਹ ਸਾਡੀ ਫਾਈਟਰ 에ਅਰਕ੍ਰਾਫਟ ਦੇ ਨਾਲ Su-30 ਦੇ ਲਈ ਇਸ ਨੂੰ ਆਪਾਂ ਯੂਜ਼ ਕੀਤਾ ਜਾਂਦਾ ਹੈ। ਇਸੇ ਢੰਗ ਨਾਲ ਸਾਡੇ ਅੱਗੇ ਆਪਾਂ ਹੈਮਰ ਹੈ, ਜਿਸ ਨੂੰ ਆਪਾਂ ਰਫਾਲ 에ਅਰਕ੍ਰਾਫਟ ਦੇ ਲਈ ਯੂਜ਼ ਕਰਾਂਗੇ। ਇਹ ਆਪਾਂ ਟੂ ਦਾ ਸਕੇਲ ਕੀਤੇ ਹੋਏ ਆ, ਜੇ ਓਰੀਜਨਲ ਇਹਨਾਂ ਦਾ ਸਾਈਜ਼ ਨਹੀਂ ਹੈ, ਆਪਾਂ ਘੱਟ ਸਾਈਜ਼ ਦੇ ਵਿੱਚ ਇਸ ਨੂੰ ਦੱਸਣ ਦੇ ਲਈ ਰੱਖਿਆ ਹੋਇਆ ਹੈ। ਪਰ ਇਹ ਸਭ ਚੀਜ਼ਾਂ ਜਿੰਨੀਆਂ ਵੀ ਹੈ ਮੈਜੋਰਟੀ ਦੇ ਵਿੱਚ ਜਾਂ ਇਹ HAL ਬਣਾ ਰਹੀ ਹੈ, ਹਿੰਦੁਸਤਾਨ ਐਰੋਨੌਟਿਕਲ ਲਿਮਟਿਡ, ਜਾਂ ਇਹਨਾਂ ਨੂੰ DRDO ਬਣਾ ਰਿਹਾ ਹੈ, ਤਾਂ ਕਿ ਇਹ ਰਿਫਲੈਕਟ ਕਰਨ। ਜੈਸੇ ਅਸਤਰਾ ਹੈ, ਇਹ ਮਿਸਾਈਲ ਹੈ ਸਾਡੀ, ਅਗੇਨ ਇਹ ਫਾਈਟਰ 에ਅਰਕ੍ਰਾਫਟ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਪਰ ਅਸੀਂ ਨਾਲ ਇਹ ਵੀ ਲਿਖਿਆ ਹੈ ਕਿ ਹੁਣ ਪਹਿਲੇ ਜਿਸ ਤਰ੍ਹਾਂ 10 ਸਾਲ ਪਹਿਲੇ ਆਪਾਂ ਨੂੰ ਇਹ ਸਭ ਇੰਪੋਰਟ ਕਰਨੀਆਂ ਪੈਂਦੀਆਂ ਸੀ, ਜਾਂ ਹੁਣ ਅਸੀਂ ਖੁਦ ਆਪਣੇ ਆਪ ਬਣਾ ਰਹੇ ਹਾਂ। ਬਿਲਕੁਲ, ਅੱਗੇ ਵੀ ਲੈ ਕੇ ਚੱਲਦੇ ਹਾਂ। ਅੱਗੇ ਵੀ ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਗਈਆਂ ਨੇ ਕਿ ਤੁਸੀਂ ਪੂਰਾ ਅਗਰ ਟੂਰ ਲਓ ਤੁਹਾਨੂੰ ਘੱਟੋ ਘੱਟ 2 ਤੋਂ 2.5 ਘੰਟੇ ਲੱਗਣਗੇ ਔਰ ਹਰ ਇੱਕ ਚੀਜ਼ ਤੁਹਾਡਾ ਧਿਆਨ ਆਪਣੇ ਵੱਲ ਕਰਕੇ ਰੱਖੇਗੀ। ਸਰ ਅੱਗੇ ਇਹ ਜਿਹੜੀ ਕਿਹੜੀ ਮਿਜ਼ਾਈਲ ਹੈ ਇਹ? जैसे ये वाले हैं परलब है, जे परलब, दिस इज आल्सो कॉल्ड द परले। दिस इज अभी इज स्टिल अंडर द मैन्युफैक्चरिंग स्टेज, it is still under the testing time, and still we are not able to use it, but it will take some few months. But again the theme is this, and accordingly we are highlighting कि ये सब जितनी जो मैं बताया मिसाइल, गन्स, रॉकेट्स, बॉम्ब्स, ये आगे से आगे हमारी इंडियन फैक्ट्री इनको प्रोड्यूस करेंगे। ਅੱਗੇ ਕੁਝ ਜਹਾਜ਼ ਵੀ ਨੇ, ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਹਾਂ। ਪਹਿਲੇ ਰੁਦਰਮ 3 ਇਹਦੇ ਬਾਰੇ ਪੁੱਛ ਲੈਂਦੇ ਸਰ। ਰੁਦਰਮ 3 ਕਿਹੜੇ ਅਟੈਕ ਦੇ ਵਿੱਚ ਵਰਤੀ ਗਈ ਸੀ? ये अभी again it's being manufactured by the DRDO, and this is again our anti-radiation, like we mentioned, air to surface missile, which will will be using it for the navigation purpose also, as well as for the purpose of in our fighters aircraft like a Rafale and the Su-30 aircraft। ਇਹ ਹੈ ਅਸਤਰਾ। ਅੱਗੇ ਗੌਰਵ ਮਿਜ਼ਾਈਲ ਜਿਹੜੀ ਹੈ ਉਹ ਮੌਜੂਦ ਹੈ, ਔਰ ਅੱਗੇ ਰੁਦਰਮ 2 ਵੀ ਮੌਜੂਦ ਹੈ। ਔਰ ਇਸੇ ਤਰੀਕੇ ਦੇ ਨਾਲ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ, ਤੇ ਕੁਝ ਜਿਹੜੇ ਜੈਟਸ ਨੇ ਉਹਨਾਂ ਦੀਆਂ ਵੀ ਇੱਥੇ ਮਿਨੀਏਚਰਸ ਬਣਾਏ ਗਏ ਨੇ, ਔਰ ਇਹ ਮਿਨੀਏਚਰ ਰੈਪਲੀਕਾਸ ਜਿਹੜੇ ਨੇ ਡਿੱਟੋ ਇੱਕੋ ਜਿਹੇ ਹੀ ਲੱਗ ਰਹੇ ਨੇ, ਲੇਕਿਨ ਬਸ ਸਾਈਜ਼ ਦੇ ਵਿੱਚ ਇਹਨਾਂ ਨੂੰ ਅੰਦਰ ਰੱਖਣ ਦੇ ਲਈ ਕੁਝ ਛੋਟਾ ਬਣਾਇਆ ਗਿਆ। ਸਰ ਇਹ ਕਿਸ ਚੀਜ਼ ਦਾ ਜਿਹੜਾ ਰੈਪਲੀਕਾ ਹੈ, ਕਿਹੜਾ ਇਹ ਜੈਟ ਹੈ? ਲਾਈਕ ਵੀ ਸ਼ੋਨ ਹੇਅਰ ਨਾ ਡਿਸਕ੍ਰਿਪਸ਼ਨ ਕਿ ਇਹ ਸੁਖੋਈ Su-30 에ਅਰਕ੍ਰਾਫਟ ਹੈ, ਐਂਡ ਇਹਦੇ ਵਿੱਚ ਇਹਦੀ ਕੈਪੇਬਿਲਿਟੀ ਦੱਸੀ ਹੋਈ ਹੈ ਕਿ ਇਹ ਏਅਰ ਟੂ ਏਅਰ ਐਂਡ ਏਅਰ ਟੂ ਗਰਾਊਂਡ ਇਹਦੇ ਵਿੱਚ ਅਟੈਕ ਇਹਦੇ ਥਰੂ ਹੋ ਸਕਦੇ ਹੈ। ਇਹਦੇ ਆਪਾਂ ਇਹ ਵੀ ਦਿੱਤਾ ਹੋਇਆ ਹੈ ਕਿ ਜੋ ਸਾਡਾ Su-30 ਹੈ, ਇਹਨਾਂ ਦੀ ਏਅਰ ਰਿਫਿਲਿੰਗ ਦੀ ਵੀ ਕੈਪੇਬਿਲਿਟੀ ਹੈ। ਇਹ 에ਅਰਕ੍ਰਾਫਟ ਅਸੀਂ ਯੂਜ਼ ਕੀਤਾ ਹੋਇਆ ਹੈ। ਇਸਨੇ ਬੋਲਿਆ ਹੈ ਜਿਸ ਤਰ੍ਹਾਂ ਇਨ ਦਾ ਆਲ ਦਾ ਇੰਡੀਅਨ 에ਅਰਫੋਰਸ ਆਪਰੇਸ਼ਨ, ਸਪੈਸ਼ਲੀ 에ਅਰਕ੍ਰਾਫਟ ਆਪਾਂ ਬਾਲਾਕੋਟ ਦੇ ਟਾਈਮ ਵੀ ਯੂਜ਼ ਕੀਤਾ ਗਿਆ ਸੀ, ਐਂਡ ਇਸ ਲਈ ਜਿੰਨੇ ਵੀ ਸਾਡੇ ਆਪਰੇਸ਼ਨਸ ਹੋ ਰਹੇ ਹਨ, ਜਿੰਨੀਆਂ ਵੀ ਸਾਡੀਆਂ ਐਕਸਰਸਾਈਜ਼ਸ ਹੋ ਰਹੀਆਂ ਹਨ, ਉਹ ਸਭ ਦੇ ਵਿੱਚ Su-30 에ਅਰਕ੍ਰਾਫਟ ਅਸੀਂ ਲੀਡਿੰਗ 에ਅਰਕ੍ਰਾਫਟ ਕੰਸੀਡਰ ਕੀਤਾ ਜਾਂਦਾ ਹੈ। ਐਂਡ ਉਸ ਤੋਂ ਅੱਗੇ ਹੈ ਸਾਡਾ MiG-29। ਇਹਦੇ ਵਿੱਚ ਸੇਮ ਕੈਪੇਬਿਲਿਟੀ ਹੈ ਜੋ Su-30 ਦੀ 에ਅਰ ਦੀਆਂ ਹੈ। ਇਹਦੇ ਵਿੱਚ ਇੱਕ ਐਡਵਾਂਟੇਜ ਦਿੱਤੀ ਹੈ, ਹਾਈ ਐਲਟੀਟਿਊਡ 에ਅਰਫੀਲਡ ਦੇ ਵਿੱਚ ਇਸ ਨੂੰ ਯੂਜ਼ ਕੀਤਾ ਗਿਆ ਹੈ। ਫਾਰ ਐਗਜ਼ਾਮਪਲ ਇਹਦੇ ਆਪਰੇਸ਼ਨ ਲੇ 에ਅਰਫੀਲਡ ਦੇ ਵਿੱਚ ਆਪਾਂ ਦਿੱਤੇ ਹੋਏ ਹੈ, ਜੋ ਲੇ ਦੇ ਵਿੱਚ ਜੋ ਕੁਛ ਆਪਾਂ ਆਪਰੇਸ਼ਨ ਕੀਤੇ ਹੈ, ਹਾਈ ਐਲਟੀਟਿਊਡ ਦੇ ਵਿੱਚ ਕੁਛ ਜਹਾਜ਼ ਦੀ ਕੈਪੇਬਿਲਿਟੀ ਨਹੀਂ ਹੁੰਦੀ, ਪਰ MiG-20 ਜੋ ਇਸ ਦੀ ਕੈਪੇਬਿਲਿਟੀ ਸ਼ੋਅ ਕੀਤੀ ਗਈ ਸੀ, ਇਸ ਨੂੰ ਆਪਾਂ ਲੇ ਆਪਰੇਸ਼ਨ ਦੇ ਵਿੱਚ ਵੀ ਯੂਜ਼ ਕੀਤਾ ਗਿਆ ਹੈ। ਮੈਂ ਗਲਤ ਨਹੀਂ ਹਾਂ, MiG-21 ਉਹਨਾਂ ਦੇ ਵਿੱਚੋਂ ਇੱਕ ਜੈਟ ਹੈ ਜਿਹੜਾ ਸਭ ਤੋਂ ਵੱਧ ਵਰਤਿਆ ਗਿਆ ਔਰ ਬਹੁਤ ਜ਼ਿਆਦਾ ਸਕਸੈਸ ਰੇਟ ਵੀ ਰਿਹਾ ਇਹਦਾ। ਇਹ Su-30 ਤੋਂ ਪਹਿਲਾਂ ਦਾ 에ਅਰਕ੍ਰਾਫਟ ਆਇਆ ਹੈ, तो ਇਹਦੀ ਯੂਟੀਲਾਈਜੇਸ਼ਨ Su-30 ਤੋਂ ਪਹਿਲਾਂ ਦੀ ਹੋ ਰਹੀ ਹੈ, तो इस कारण ਇਹਦੀ ਯੂਟੀਲਾਈਜੇਸ਼ਨ पर ਹੁਣ डे बाय डे साड़ी स्ट्रेंथ जो Su-30 दी MiG-29 तो ज़्यादा हो रही है स्ट्रेंथ वाइज। मैं आपको जो दिखाता हूँ, ये हमारा एक थीम नारी शक्ति है। इस नारी शक्ति में हमने रिफ्लेक्ट किया हुआ है कि जो हमारी वोमेन अचीवर हैं, जिनमें से जो फर्स्ट फाइटर पायलट्स जो हमारी जो 3 जो यहाँ पे स्क्वाड्रन लीडर आवानी, स्क्वाड्रन लीडर भावना एंड स्क्वाड्रन लीडर मोहना सिंह, ये इंडियन फोर्स की 3 पहली लड़कियाँ हैं जो फाइटर पायलट के रूप में आई हैं। इसके बिना हमने ये अलग अलग वोमेन को दिखा रखा है जो फर्स्ट ट्रांसपोर्ट पायलट हैं, फर्स्ट हेलीकॉप्टर पायलट हैं, जिनको फर्स्ट गैलेंट्री अवार्ड मिला है। जैसे हमारे वहाँ एयर मार्शल बंदोपाध्याय हैं, जो फर्स्ट इंडियन फोर्स की एयर मार्शल बनी है। ऐसे हमारे पास स्क्वाड्रन मिंटी अग्रवाल है, आपने जो सुना था जो बालाकोट ऑपरेशन हुआ था, तो ये शी वाज द रडार कंट्रोलर, ये पहली महिलाएं हैं जिसको युद्ध सेवा मेडल मिला है। तो वो सभी लोगों के वो औरतें दिखा रखी हैं, वो हमने वोमेन पायलट ने वोमेन अफसर दिखा रखी हैं जो उन्होंने कुछ अचीव किया हुआ है, जो बाकियों से हटकर है, बाकियों से अच्छा उन्होंने अपने आप को परफॉर्म किया हुआ है। ये इससे काफ़ी हम इस इंक्लोजर को इसलिए लगाया है ताकि इसको देखकर हमारी जो गर्ल्स हैं वो इंस्पायर हों और इंडियन फोर्स को ज्वाइन करें।
ਇੱਕ ਚੀਜ਼ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਅਟਰੈਕਟ ਕਰ ਰਹੀ ਹੈ ਉਹ ਇਹ ਹੈ ਜੋ ਟ੍ਰੇਨਿੰਗ ਪਰਪਸ ਦੇ ਲਈ ਮਿਗ 21 ਦਾ ਸਿਮੂਲੇਟਰ ਇੱਥੇ ਰੱਖਿਆ ਗਿਆ ਹੈ ਕਿ ਅੰਦਰੋਂ ਐਕਚੁਅਲੀ ਜੋ ਚੀਜ਼ਾਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ। ਸਰ ਕੀ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਵਰਤਿਆ ਜਾਂਦਾ ਹੈ ਬੇਸਿਕਲੀ? ਇਹ ਮਿਗ 21 ਦਾ ਸਿਮੂਲੇਟਰ ਹੈ। ਜਦੋਂ ਪਾਇਲਟਸ ਨੂੰ ਤੇ ਫਲਾਈ ਕਰਨ ਤੋਂ ਪਹਿਲੇ ਜੋ ਟ੍ਰੇਨਿੰਗ ਦੇਣੀ ਹੁੰਦੀ ਹੈ ਉਹਦੇ ਵਿੱਚ ਇੱਕ ਸਿਮੂਲੇਟਰ ਦੇ ਵਿੱਚ ਬੈਠ ਕੇ ਉਹ ਟ੍ਰੇਨਿੰਗ ਲੈਂਦੇ ਹੈ। ਇਹ ਅਸੀਂ ਇਹ ਪ੍ਰੈਜੈਂਟਲੀ ਭੁਜ ਜੋ ਜਗ੍ਹਾ ਹੈ ਰਾਜਸਥਾਨ ਦੇ ਵਿੱਚ ਉੱਥੋਂ ਇਹ ਸਾਡੇ ਕੋਲ ਆਇਆ ਹੈ। ਇਹਦੇ ਵਿੱਚ ਜਨਰਲ ਚੀਜ਼ਾਂ ਜੋ ਅਸੀਂ ਕਿਉਂ ਰੱਖਿਆ ਗਿਆ ਹੈ ਤਾਂ ਕਿ ਬੱਚਿਆਂ ਨੂੰ ਥੋੜੀ ਐਕਸਾਈਟਮੈਂਟ ਮਿਲੇ ਐਂਡ ਥੋੜਾ ਉਹਨਾਂ ਨੂੰ ਤਜਰਬਾ ਉਹਨਾਂ ਨੂੰ ਐਕਸਪੀਰੀਅੰਸ ਮਿਲੇ। ਜਿਹਦਾ ਸਾਡੇ ਕੋਲ ਥਰੋਟਲ ਹੈ, ਇਹਦੇ ਵਿੱਚ ਇੰਡੀਕੇਟ ਸਾਡੇ ਗਾਈਡ ਹੈ ਉਹ ਗਾਈਡ ਕਰ ਸਕਦੇ ਹੈ ਕਿ ਕਿਸ ਢੰਗ ਨਾਲ ਰਾਕਟ ਫਾਇਰ ਕਰਨਾ ਹੋਏਗਾ, ਕਿਸ ਤਰ੍ਹਾਂ ਬੰਬ ਫਾਇਰਿੰਗ ਹੁੰਦੀ ਹੈ, ਕਿਸ ਤਰ੍ਹਾਂ ਗਨ ਫਾਇਰਿੰਗ ਹੁੰਦੀ ਹੈ, ਇਹਦੇ ਵਿੱਚ ਕਿਸ ਤਰ੍ਹਾਂ ਸਪੀਡ ਦਾ ਕੰਟਰੋਲ ਹੁੰਦਾ ਹੈ, ਜੋ ਅਲੱਗ-ਅਲੱਗ ਇੰਸਟਰੂਮੈਂਟ ਹੈ, ਕਿਸ ਜਗ੍ਹਾ ਤੋਂ ਫਿਊਲ ਚੈੱਕ ਕੀਤਾ ਜਾਂਦਾ ਹੈ, ਕਿਸ ਜਗ੍ਹਾ ਤੇ ਇਹਦਾ ਨੈਵੀਗੇਸ਼ਨ ਇਸਦੀ ਹੁੰਦੀ ਹੈ, ਕਿਸ ਤਰ੍ਹਾਂ ਚੈਨਲ ਦੀ ਫ੍ਰੀਕੁਐਂਸੀ ਹੈ ਉਹ ਆਪਾਂ ਦੱਸ ਸਕਦੇ ਹਾਂ। ਜੋ ਅਲੱਗ-ਅਲੱਗ ਬਟਨ ਆ ਸੋ ਸਾਡੇ ਗਾਈਡ ਆ ਉਹ ਐਕਸਪਲੇਨ ਕਰ ਸਕਦੇ ਹਾਂ। ਤੋ ਜੋ ਇੱਕ ਬੱਚੇ ਦੀ ਕਿਉਰਿਓਸਿਟੀ ਹੋਏਗੀ ਉਹਦੇ ਵਿੱਚ ਇੱਕ ਅਲੱਗ-ਅਲੱਗ ਦੇਖਣ ਨੂੰ ਇਹਦੇ ਵਿੱਚ ਐਜ਼ ਓ ਨੋ ਅਰਾਊਂਡ 150 ਬਟਨਸ ਹੈ। ਤੋ ਸਾਡਾ ਗਾਈਡ ਉਸ ਨੂੰ ਐਕਸਪਲੇਨ ਕਰ ਸਕਦਾ ਕਿ ਚੈਨਲ ਕਿਸ ਤਰ੍ਹਾਂ ਚੇਂਜ ਕੀਤੇ ਜਾਂਦੇ ਹੈ, ਕਿਸ ਤਰ੍ਹਾਂ ਫਿਊਲ ਚੈੱਕ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਨੈਵੀਗੇਸ਼ਨ ਉਹਦੀ ਕੀਤੀ ਜਾਂਦੀ ਹੈ, ਏਅਰ ਦੇ ਵਿੱਚ ਕਿਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀ ਸਪੀਡ ਮਿਲਦੀ ਹੈ। ਇਹ ਚੀਜ਼ਾਂ ਤਾਂ ਮੈਨੂੰ ਵੀ ਕਿਉਰਿਓਸਿਟੀ ਦੇ ਰਹੀਆਂ ਨੇ, ਲੇਕਿਨ ਲੱਗਦਾ ਕਿ ਇਹਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵਾਧੂ ਜੁੜ ਸਕੇ, ਕਿਉਂਕਿ ਉਹ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਨੇ, ਹਰ ਚੀਜ਼ ਦੇਖਦੇ ਨੇ, ਲੇਕਿਨ ਇਹ ਜਿਹੜੀਆਂ ਚੀਜ਼ਾਂ ਐਕਚੁਅਲੀ ਇੱਥੇ ਪ੍ਰੈਜ਼ੈਂਟ ਹੋਣਗੀਆਂ ਇਹਦੇ ਨਾਲ ਨੌਜਵਾਨ ਪੀੜ੍ਹੀ ਦਾ ਰੁਝਾਨ ਇੱਧਰਲੇ ਪਾਸੇ ਵਧੇਗਾ। ਯੈਸ, ਬਿਲਕੁਲ ਠੀਕ ਹੈ। ਇਹੀ ਕਾਰਨ ਆਪਾਂ ਇਸ ਨੂੰ ਕਾਕਪਿਟ ਨੂੰ ਇੱਥੇ ਰੱਖਿਆ ਹੈ ਤਾਂ ਕਿ ਉਹ ਇੱਕ ਵਾਰ ਇਸ ਨੂੰ ਅੰਡਰਸਟੈਂਡ ਕਰਨ, ਉਹਨਾਂ ਦੀ ਕਨੈਕਟੀਵਿਟੀ ਵਧੇ ਏਅਰਫੋਰਸ ਦੇ ਨਾਲ ਐਂਡ ਤਾਂ ਕਿ ਉਹ ਏਅਰਫੋਰਸ ਨੂੰ ਜੁਆਇਨ ਕਰ ਸਕਣ। ਐਂਡ ਇਹੀ ਕਾਰਨ ਹੈ ਇਸ ਨੂੰ ਅਸੀਂ ਪਬਲਿਕ ਦੇ ਲਈ ਓਪਨ ਕੀਤਾ ਹੈ। ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਮਿਗ 21 ਦਾ ਇੱਕ ਅਸੀਂ ਐਕਚੁਅਲ ਜਹਾਜ਼ ਵੀ ਬਾਹਰ ਰੱਖਿਆ ਹੈ ਜਿਹਦੇ ਵਿੱਚ ਵੀ ਸਭ ਨੂੰ ਕਾਕਪਿਟ ਦੇ ਵਿੱਚ ਅਲਾਉ ਕੀਤਾ ਜਾਏਗਾ ਐਂਡ ਇਸ ਸਿਮੂਲੇਟਰ ਦੇ ਵਿੱਚ ਸਭ ਨੂੰ ਅਲਾਉ ਕੀਤਾ ਜਾਏਗਾ। ਜੋ ਸਾਡਾ ਗਾਈਡ ਹੈ ਉਸਦੇ ਵਿੱਚ ਕੈਪੇਬਿਲਿਟੀ ਹੈ ਉਹ ਇੱਕ ਬਟਨ ਨੂੰ ਐਕਸਪਲੇਨ ਕਰ ਸਕਦਾ ਹੈ। ਜੋ ਹੀ ਇੱਕ ਕਾਰਨ ਹੈ ਕਿ ਉਹਨਾਂ ਨੂੰ ਸਾਡੇ ਨਾਲ ਜੋ ਨਈ ਜਨਰੇਸ਼ਨ ਹੈ ਉਹ ਕਨੈਕਟ ਹੋ ਜਾਏ ਸਾਡੇ ਨਾਲ ਐਂਡ ਇਸ ਫੋਰਸ ਦੇ ਵਿੱਚ ਜੁਆਇਨ ਕਰ ਸਕੇ। ਤੁਹਾਨੂੰ ਅਸੀਂ ਅੰਦਰ ਦੇ ਦ੍ਰਿਸ਼ ਦਿਖਾ ਰਹੇ ਸੀ ਇੰਡੀਅਨ 에ਅਰ ਫੋਰਸ ਹੈਰੀਟੇਜ ਮਿਊਜ਼ੀਅਮ ਦੇ, ਲੇਕਿਨ ਉਸੇ ਤਰੀਕੇ ਦੇ ਨਾਲ ਬਾਹਰ ਵੀ ਬਹੁਤ ਖੂਬਸੂਰਤੀ ਦੇ ਨਾਲ ਇਹ ਵੱਡੇ ਚੌਪਰ ਜਿਹੜੇ ਨੇ ਇਹ ਸਜਾਏ ਗਏ ਨੇ ਔਰ ਇਹਨਾਂ ਨੂੰ ਲਗਾਤਾਰ ਲੋਕ ਖਾਸ ਕਰ ਨੌਜਵਾਨ ਜਿਹੜੇ ਨੇ ਉਹ ਵੀ ਦੇਖਣ ਨੂੰ ਪਹੁੰਚ ਰਹੇ ਨੇ ਔਰ ਉਹ ਹਰ ਚੀਜ਼ ਜਿਹੜੀ ਹੈ ਇੱਕ ਫੈਂਟਸਾਈਜ਼ ਕਰਦੀ ਹੈ ਲੋਕਾਂ ਨੂੰ, ਉਹ ਇੱਥੇ ਉਹਨਾਂ ਨੂੰ ਦੇਖਣ ਨੂੰ ਮਿਲੇਗੀ। हमारे को बहुत अच्छा लगा मैडम, जो है ना कई चीज़ें जो डिस्प्ले की गई है ना, मिसाइल वगैरह जो है ना वो लेटेस्ट है और बड़ी अच्छा लगा। वैसे जो है ना हमने एयरक्राफ्ट वगैरह का जो इनका अपना बनाए हुए हैं इंडियन के, वो भी देखा हमने, तो मतलब अच्छा मतलब गुड फीलिंग। वैसे ਫਸਟ ਹੈ ਇਸ ਕਰਕੇ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਹੈ ਤੇ ਇੱਧਰ ਹਿਸਟਰੀ ਦੇਖਣ ਨੂੰ ਸਾਨੂੰ ਮਿਲਦੀ ਹੈ ਕਿ ਸਾਡੀ 에ਅਰ ਫੋਰਸ ਨੇ ਕਿੰਨੀ ਸ਼ਹਾਦਤ ਦਿੱਤੀ ਹੈ, ਕਿੰਨਾ ਕੁਝ ਵਧੀਆ ਮਤਲਬ ਸਾਡੀ ਹਿਸਟਰੀ ਰਹੀ ਹੈ ਤੇ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਹੈ ਮੈਮ ਇੱਧਰ ਆ ਕੇ ਐਂਡ ਮੈਂ ਬੱਚਿਆਂ ਨਾਲ ਆਇਆ ਤੇ ਬਹੁਤ ਵਧੀਆ ਲੱਗ ਰਿਹਾ ਮੈਮ। ਮਿਜ਼ਾਈਲਸ ਇੱਥੇ ਰੱਖੀਆਂ ਗਈਆਂ ਨੇ ਜੋ ਕਿ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰ ਰਹੀਆਂ ਨੇ, ਲੇਕਿਨ ਇਹਦੇ ਪਿੱਛੇ ਦਾ ਇੱਕੋ ਹੀ ਮੋਟਿਵ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜਿਆ ਜਾਵੇ, ਮੋਟੀਵੇਟ ਕੀਤਾ ਜਾਵੇ ਤਾਂ ਕਿ ਭਾਰਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ 에ਅਰ ਫੋਰਸ ਦੇ ਵਿੱਚ ਭਰਤੀ ਹੋਣ ਦੇ ਵਾਸਤੇ ਨੌਜਵਾਨ ਮਿਲਣ ਔਰ ਜਿਹੜੇ ਲੋਕ ਇਸ ਵਿੱਚ ਸ਼ਹੀਦ ਹੋਏ, ਜਿਨ੍ਹਾਂ ਨੇ ਆਪਣੀ ਸ਼ਹੀਦੀ ਪਾਈ, ਉਹਨਾਂ ਨੂੰ ਵੀ ਯਾਦ ਕੀਤਾ ਜਾ ਸਕੇ। ਔਰ ਇਸ ਮਿਊਜ਼ੀਅਮ ਦੀ ਖਾਸੀਅਤ ਇਹ ਹੈ ਕਿ ਇਹ ਪੂਰਾ ਟੈਕਨੋਲੋਜੀ ਦੇ ਨਾਲ ਲੈਸ ਮਿਊਜ਼ੀਅਮ ਹੈ ਤਾਂ ਕਿ ਨੌਜਵਾਨ ਇੱਥੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਔਰ ਆ ਕੇ ਨਵੀਆਂ ਚੀਜ਼ਾਂ ਸਿੱਖਣ। ਕੈਮਰਾ ਤੇ ਮੇਰੇ ਸਹਿਯੋਗੀ ਮਿਹਰਬਾਨ ਦੇ ਨਾਲ ਮੈਂ ਅਨੂਜਾ ਸ਼ਰਮਾ, ਤੁਸੀਂ ਦੇਖਦੇ ਰਹੋ ABP ਸਾਂਝਾ।